ਧਾਲੀਵਾਲ ਗੋਤ ਦਾ ਬੜਾ ਤਕੜਾ ਇਤਿਹਾਸ ਆ। ਇਕੱਲੇ ਧਾਲੀਵਾਲ ਗੋਤ ਦਾ ਹੀ ਨਹੀਂ, ਹੋਰ ਵੀ ਗੋਤਾਂ ਦੇ ਸਭ ਗੋਤਾਂ ਦੇ ਪਿੱਛੇ ਦੀ ਜਿਹੜੀ ਕਹਾਣੀ ਆ ਉਹ ਬੜੀ ਵਿਲੱਖਣ ਅਤੇ ਦਿਲਚਸਪ ਆ। ਇਸ ਵਾਰ ਅਸੀਂ ਧਾਲੀਵਾਲ ਗੋਤ ਦੇ ਪਿੱਛੇ ਦੀ ਕਹਾਣੀ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਹਾਂ ਅਤੇ ਤੁਸੀਂ ਵੇਖੋ ਕਿ ਇਹ 850 ਸਾਲ ਪੁਰਾਣਾ ਕਿਲ੍ਹਾ ਜੋ ਧਾਲੀਵਾਲਾਂ ਦੀ ਕਦੇ ਰਾਜਧਾਨੀ ਰਿਹਾ। ਆਜੋ ਕਰਦੇ ਹਾਂ ਇਹਦੇ ਬਾਰੇ ਗੱਲਬਾਤ। ਸਤਿ ਸ੍ਰੀ ਅਕਾਲ ਜੀ। ਅੱਜ ਨਾ ਅਸੀਂ ਇੱਕ ਕਿਲੇ ਕੋਲੇ ਬੈਠੇ ਹਾਂ। ਕਿਲੇ ਦੀ ਬਹੁਤ ਅਹਿਮੀਅਤ ਆ। ਕਹਿ ਲਓ ਕਿ ਧਾਲੀਵਾਲਾਂ ਦੀ ਰਾਜਧਾਨੀ ਰਿਹਾ ਕਿਲਾ, ਤੇ ਜਿਹੜੀ ਸ਼ਖਸੀਅਤ ਦੇ ਨਾਲ ਮੈਂ ਬੈਠਾ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਪੰਜਾਬੀ ਸਾਹਿਤ ਦੇ ਵਿੱਚ ਵੀ। ਇਹਨਾਂ ਦੀਆਂ ਕਿਤਾਬਾਂ ਯੂਨੀਵਰਸਿਟੀ ਲੈਵਲ ਤੱਕ ਵੀ ਲੱਗੀਆਂ ਹੋਈਆਂ ਨੇ ਤੇ ਲਿਖਦੇ ਵੀ ਨੇ। ਪਰ ਅੱਜ ਆਪਣੀ ਅਹਿਮ ਗੱਲਬਾਤ, ਜੋ ਤੁਸੀਂ ਮਗਰ ਮੇਰੇ ਨਿੱਕੀ ਇੱਟ ਦਾ ਕਿਲਾ ਦੇਖ ਰਹੇ ਹੋ, ਇਹਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ। ਤੇ ਸਾਡੇ ਨਾਲ ਨੇ ਸਰਦਾਰ ਜਗਦਾਰ ਸਿੰਘ ਜੀ ਧੌਲਾ, ਇਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤਾਂ ਜੀ ਤੁਹਾਡਾ ਸਵਾਗਤ ਹੈ ਜੀ, ਤੁਸੀਂ ਸਾਨੂੰ ਖਾਸ ਸਮਾਂ ਦਿੱਤਾ ਅੱਜ। ਮੈਂ ਬੇਟਾ ਜਿਵੇਂ ਤੁਸੀਂ ਧੰਨਵਾਦ ਕਰਦੇ, ਮੈਂ ਤੁਹਾਡੀ ਟੀਮ ਦਾ, ਤੁਹਾਡੇ ਟੀਵੀ ਦਾ, ਸਿੱਧੂ ਟੀਵੀ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਕਿਉਂਕਿ ਤੁਸੀਂ ਮੇਰੇ ਪਿੰਡ 'ਚ ਆਏ। ਅੱਜ ਤੁਸੀਂ ਉਸ ਕਿਲੇ 'ਤੇ ਸਟੋਰੀ ਕਰਨ ਲੱਗੇ ਹੋ ਜੀ, ਤੇ ਜਿਹਦੇ ਵਿੱਚ ਮੈਨੂੰ ਤੁਸੀਂ ਹਿੱਸਾ ਬਣਾਇਆ। ਮੈਂ ਤੁਹਾਡਾ ਬਹੁਤ ਬਹੁਤ ਸਾਰੇ ਨਗਰ ਵੱਲੋਂ, ਪੰਚਾਇਤਾਂ ਵੱਲੋਂ, ਸੈਰ ਸਭਾ ਵੱਲੋਂ ਤੇ ਹੋਰ ਕਲੱਬਾਂ ਵੱਲੋਂ ਮੈਂ ਤੁਹਾਡਾ ਹਾਰਦਿਕ ਸਵਾਗਤ ਕਰਦਾ। ਜੀ ਆਇਆਂ ਜੀ, ਧੰਨਵਾਦ, ਸ਼ੁਕਰੀਆ। ਇੱਕ ਨਾ ਵੱਡਾ ਸਵਾਲ ਮੇਰੇ ਦਿਮਾਗ 'ਚ ਇੱਕ ਘੁੰਮਦਾ ਹੁੰਦਾ ਵੀ ਜਿਵੇਂ ਆਪਾਂ ਸੱਭਿਅਤਾਵਾਂ ਦੇਖਦੇ ਹਾਂ ਹਾਂਜੀ, ਵੀ ਉਹਨਾਂ ਦੇ ਜਿਹੜੇ ਕਿਲੇ ਬਣਦੇ ਆ ਉਹ ਨਦੀ ਦੇ ਕਿਨਾਰੇ ਬਣਦੇ ਆ। ਤੇ ਇਹ ਕਿਲਾ ਇਸ ਪਿੰਡ ਇਹਨਾਂ ਇਲਾਕਿਆਂ 'ਚ ਬਣ ਜਿੱਥੇ ਕਿ ਪਾਣੀ ਦੀ, ਮੈਨੂੰ ਹੁਣ ਦੇ ਮੌਕੇ ਹਿਸਾਬ ਤਾਂ ਠੀਕ ਆ ਕਿ ਬੋਰ ਹੋ ਗਏ ਆ, ਵੀ ਕੋਈ ਦਰਿਆ ਨਹੀਂ ਦੱਸਦਾ ਵੀ ਕਿਵੇਂ ਕਿਹੜੇ ਹਿਸਾਬ ਨਾਲ ਇੱਥੇ ਬਣ ਗਿਆ ਇਹ। ਹਰਪੇਜ ਬੇਟੇ, ਗੱਲ ਇੱਕ ਹੈ, ਭੂਗੋਲ ਦੇ ਅੰਦਰ ਜੀ ਇੱਕ ਤੱਥ ਹੈ ਕਿ ਕਦੇ ਵੀ ਕੋਈ ਦਰਿਆ, ਨਦੀ ਸਮਰਾਹ ਤੇ ਨਹੀਂ ਵਹਿੰਦੀ, ਭਾਵ ਉਹੀ ਰਾਹ ਨਹੀਂ ਰੱਖਦੀ ਜੀ। ਹਮੇਸ਼ਾ ਇੱਕ ਕਿਨਾਰਾ ਉਹਦਾ ਘਟਦਾ ਜਾਂਦਾ, ਇੱਕ ਕਿਨਾਰਾ ਉਹਦਾ ਵੱਧਦਾ ਜਾਂਦਾ। ਭਾਵ ਵੀ ਜਿਵੇਂ ਸਤਲੁਜ ਦਰਿਆ ਨੂੰ ਦੇਖੀਏ, ਸਤਲੁਜ ਦਰਿਆ ਨੂੰ ਦੇਖੀਏ ਜੀ, ਜਾਂ ਦੂਜੇ ਪੰਜਾਂ ਦਰਿਆਵਾਂ ਨੂੰ ਦੇਖੀਏ। ਚੱਲ ਹੁਣ ਤਾਂ ਇਹ ਵੀ ਆਪਣੇ ਪੰਜਾਬ ਦੇ ਅੰਦਰ 2.5 ਦਰਿਆ ਰਹਿ ਗਏ ਆਪਣੇ ਕੋਲੇ ਜੀ, ਪਰ ਮੈਂ 5 ਦਰਿਆਵਾਂ ਦੀ ਗੱਲ ਕਰਦਾ ਕਿ ਦਰਿਆ ਇੱਕ ਥਾਂ ਖੜ ਕੇ ਨਹੀਂ ਚੱਲਦੇ। ਮੇਰੇ ਯਾਦ ਆਉਂਦਾ ਵੀ ਕਿਸੇ ਸਮੇਂ ਦੇ ਵਿੱਚ ਜਿੱਥੇ ਰਾਜਸਥਾਨ ਦੀ ਅੱਜ ਮਰੂਭੂਮੀ ਹੈ ਜੀ, ਇਹ ਸਬਜ਼ ਬਾਗ ਸੀ, ਇੱਥੇ ਦਰਿਆ ਵਹਿੰਦੇ ਸੀ, ਅੱਛਾ। ਇੱਥੇ ਨਦੀਆਂ ਵਹਿੰਦੀਆਂ ਸੀ। ਤੁਸੀਂ ਲੋ ਅੱਜ ਕੱਲ ਉੱਥੇ ਪਾਣੀ ਪੀਣ ਦੀ ਵੀ ਕਿੱਲਤ ਹੈ। ਬਿਲਕੁਲ। ਇਸੇ ਢੰਗ ਦੇ ਨਾਲ ਜਿਹੜਾ ਸਤਲੁਜ ਦਰਿਆ ਹੈ ਜੀ ਉਹ ਇਸ ਕਿਲੇ ਦੇ ਕੋਲ ਦੀ ਵਹਿੰਦਾ ਸੀ ਜੀ। ਤੇ ਜੇ ਆਪਾਂ ਇਹਦੇ ਕਿਲੇ ਦੀ ਗਿਣੀਏ, ਮੈਂ ਤਾਂ ਇਹਦੇ ਚਾਰੇ ਬੁਰਜ ਦੇਖੇ, ਇਹਨੂੰ ਪੂਰੀ ਤਰ੍ਹਾਂ ਅਸੀਂ ਖੇਡਦੇ ਰਹੇ ਦੇ ਉੱਤੇ ਜੀ। ਜੇ ਆਪਾਂ ਇਹਦਾ ਟਾਈਮ ਦੇਖੀਏ ਤਾਂ ਲਗਭਗ 850 ਸਾਲ ਪੁਰਾਣਾ ਇਹ ਕਿਲਾ ਹੈ। ਭੱਟੀ ਰਾਜਪੂਤ ਹੋਏ ਨੇ ਜੀ। ਭੱਟੀ ਰਾਜਪੂਤਾਂ ਦੇ ਵਿੱਚੋਂ ਧਾਲੀਵਾਲ ਬਣੇ ਨੇ। ਇੱਕ ਇਤਿਹਾਸ ਹੈ ਕਿ ਕਿਸੇ ਸਮੇਂ ਮਾਲਵੇ ਦੇ ਵਿੱਚੋਂ, ਇਸ ਮਾਲਵੇ ਚੋਂ ਜੀ ਰਾਜਾ ਜਗਦੇਵ ਜੀ ਉਜੈਨ ਪਹੁੰਚ ਗਏ ਸੀ। ਉਜੈਨ ਮੱਧ ਪ੍ਰਦੇਸ਼। ਉਜੈਨ ਮੱਧ ਪ੍ਰਦੇਸ਼ ਜੀ। ਉੱਥੇ ਆਪਣੀ ਉਹਨਾਂ ਨੇ ਰਾਜਧਾਨੀ ਬਣਾਈ ਤੇ ਉਸ ਖੇਤਰ ਦਾ ਵੀ ਮਾਲਵਾ ਨਾਮ ਰੱਖਿਆ। ਇਸੇ ਕਰਕੇ ਕਹਿੰਦੇ ਨੇ ਵੀ ਹਿੰਦੁਸਤਾਨ ਦੇ ਅੰਦਰ ਕਾਫੀ ਮਾਲਵੇ ਹੈ। ਤੇ ਜਿੱਥੇ ਜਿੱਥੇ ਉਹਨਾਂ ਭੱਟੀ ਰਾਜਪੂਤਾਂ ਨੇ, ਕਿਉਂਕਿ ਮਲਵਈ ਸੀ, ਬਿਲਕੁਲ ਮਲਵਈ ਸੀਗੇ, ਇਸ ਕਰਕੇ ਜਿੱਥੇ ਵੀ ਹੋ ਗਏ ਉਹਨਾਂ ਨੇ ਆਪਣੇ ਨਾਂ ਦਾ, ਆਪਣੇ ਗਣ ਦਾ ਨਾਮ ਮਾਲਵਾ ਰੱਖਿਆ। ਤੇ ਉਹੀ ਜਗਦੇਵ ਨਾਲ ਜੀ ਇਸ ਕਿਲੇ ਦੀ ਕਹਾਣੀ ਜੁੜਦੀ ਹੈ। ਭਾਵ ਉਹਦੇ ਪੁਰਖੇ ਤਾਂ ਨਹੀਂ ਮੈਂ ਕਹਿ ਸਕਦਾ ਜੀ, ਲੇਕਿਨ ਉਹਦੀ ਧਾਰਾ ਦੇ ਵਿੱਚੋਂ, ਉਹਦੇ ਕਬੀਲੇ ਦੇ ਵਿੱਚੋਂ, ਉਹਦੀ ਗੋਤ ਦੇ ਵਿੱਚੋਂ ਜੀ ਜਿਹੜੇ ਧਾਲੀਵਾਲ ਜੀ, ਭੱਟੀ ਧਾਲੀਵਾਲ ਲੋਕ ਨੇ, ਉਹਨਾਂ ਨਾਲ ਇਸ ਕਿਲੇ ਦਾ ਸੰਬੰਧ ਹੈ। ਮੈਂ ਇੱਕ ਤੁਹਾਨੂੰ ਉਦਾਹਰਨ ਹੋਰ ਦੇ ਦਿਆਂ ਵੀ ਇਹ ਕਿਲਾ ਇੱਥੇ ਮੈਂ ਕਹਿੰਦਾ ਵੀ ਦਰਿਆ ਤੇ ਕਿਨਾਰੇ ਸੀ ਜੀ। ਇਹਦੀ ਬਿਲਕੁਲ ਇੱਕ ਸਾਫ਼ ਪਿੰਡ ਦੀ ਉਦਾਹਰਨ ਹੈ ਜੀ। ਅੰਡਿਆਏ ਤੋਂ, ਜੇ ਮੇਰੇ ਪਿੰਡ ਤੋਂ ਨੇੜੇ ਹੀ ਹੈ, ਜੇ ਅੰਡਿਆਏ ਦੇ ਕੋਲ ਜਾਈਏ ਤੇ ਖੁੱਡੀਆਂ ਪਿੰਡ ਹੈ, 2 ਖੁੱਡੀਆਂ, ਛੋਟੀ ਖੁੱਡੀ ਤੇ ਵੱਡੀ ਖੁੱਡੀ ਜੀ। ਇਤਿਹਾਸਕਾਰ ਇਹ ਦੱਸਦੇ ਨੇ ਵੀ ਉਹ ਖੁੱਡੀ ਪਿੰਡ ਵੀ ਸਤਲੁਜ ਦੀ ਦਰਿਆ ਦੇ ਕਾਛੜ ਤੇ ਸੀ, ਭਾਵ ਕਿਨਾਰੇ ਤੇ ਸੀ ਜੀ। ਉਸ ਕਿਨਾਰੇ ਦੇ ਉੱਤੇ ਉੱਚੀ ਧੋੜੇ ਹੁੰਦੇ ਜੀ, ਮਿੱਟੀ ਦੇ ਜੀ। ਉਹਨਾਂ 'ਚ ਖੱਡਾਂ ਜਿਹੀਆਂ ਬਣਾ ਕੇ ਮਲਾਹ ਰਹਿੰਦੇ ਹੁੰਦੇ, ਕਿਉਂਕਿ ਸਾਡੇ ਪਿੰਡ ਤੋਂ ਜਾਂ ਇੱਧਰ ਨੂੰ ਪਿੰਡਾਂ ਨੂੰ ਜਦੋਂ ਪਾਰ ਕਰਨਾ ਦਰਿਆ ਸਤਲੁਜ ਤਾਂ ਉਹ ਖੁੱਡੀ ਵਾਲੇ ਪੱਤਣ ਤੋਂ ਕਰਦੇ ਸੀ। ਉਹਨਾਂ 'ਚ ਮਲਾਹ ਰਹਿੰਦੇ ਸੀ, ਉਹ ਖੁੱਡੀਆਂ ਜਿਹੀਆਂ ਬਣਾ ਕੇ ਰਹਿੰਦੇ ਸੀ, ਜਿੱਥੋਂ ਉਹਨਾਂ ਉਸ ਪਿੰਡ ਦਾ ਨਾਂ ਖੁੱਡੀ ਪੈ ਗਿਆ ਜੀ। ਇਹ ਤੱਥ ਹੈ। ਸੋ
ਮੇਰੇ ਪਿੰਡ ਦਾ ਕਿਲਾ, ਨੇੜੇ ਧੌਲੇ ਦਾ ਕਿਲਾ, ਧਾਲੀਵਾਲਾਂ ਦਾ ਕਿਲਾ, ਭੱਟੀਆਂ ਦਾ ਕਿਲਾ, ਜੀ। ਜਿਹੜੇ ਵਿੱਚ ਆਪਾਂ ਤੁਹਾਡੀ ਟੀਮ ਤੇ ਮੈਂ ਬੈਠਾ, ਜੀ ਉਹ ਬਠਿੰਡੇ ਨਾਲ ਸੰਬੰਧਿਤ ਹੈ। ਬਠਿੰਡੇ ਦਾ ਕਿਲਾ ਵੀ ਸਤਲੁਜ ਦੇ ਕਿਨਾਰੇ ਤੇ ਸੀ। ਇਹ ਮੇਰੇ ਪਿੰਡ ਦਾ ਕਿਲਾ ਜਿਹੜਾ, ਇਹ ਵੀ ਸਤਲੁਜ ਦੇ ਕਿਨਾਰੇ ਸੀ। ਹੌਲੀ ਹੌਲੀ ਦਰਿਆ ਜੀ ਪਾਕਿਸਤਾਨ ਨੂੰ ਹਟਦਾ ਜਿੱਥੇ ਅੱਜ ਵਹਿ ਰਿਹਾ ਉੱਥੇ ਚਲਿਆ ਗਿਆ। ਇਹ ਤੱਥ ਹੈ ਵੀ ਸਤਲੁਜ ਦੇ ਕਿਨਾਰੇ ਦੇ ਉੱਤੇ ਪਿੰਡ ਸੀ। ਬਿਲਕੁਲ, ਤੁਹਾਡੀਆਂ ਗੱਲਾਂ ਦੇ ਵਿੱਚੋਂ ਦੋ ਚਾਰ ਗੱਲਾਂ ਮੋਟੀਆਂ ਜਿਹੜੀਆਂ ਸਾਹਮਣੇ ਆਈਆਂ ਕਿ ਇੱਕ ਦਰਿਆ ਦਾ ਵਹਿਣ ਬਦਲਦਾ ਗਿਆ, ਤੇ ਇੱਕ ਇਹ ਜਿਹੜਾ ਕਿਲਾ ਹੈ ਵੀ ਇਹ ਕਹ ਲਓ ਕਿ ਭੱਟੀਆਂ ਦੇ ਨਾਲ ਸੰਬੰਧਿਤ ਸੀ, ਢਾਲੀਵਾਲਾਂ ਦੇ ਕਿਸੇ ਖਾਨਦਾਨ ਚੋਂ ਕਿਸੇ ਨੇ ਵੀ ਬਣਾਇਆ ਸੀ, ਹੈ ਨਾ। ਹਾਂ। ਤੇ ਜਿਹੜੇ ਢਾਲੀਵਾਲ ਲਫ਼ਜ਼ ਆ, ਹਾਂ ਅਗਰ ਉਹਦਾ ਸ਼ਬਦੀ ਅਰਥ ਦੇਖੀਏ ਤਾਂ ਮਤਲਬ ਕੀ ਬਣਦਾ? ਬਈ ਤੇਰਾ ਸਵਾਲ ਬੜਾ ਪਿਆਰਾ ਹੈ, ਜੀ। ਇਤਿਹਾਸਕ ਹੈ। ਜੀ ਰਾਜਾ ਜਗਦੇਵ ਜੀ ਉਜੈਨ ਵੱਲੋਂ ਜੀ ਪਹਿਲਾਂ ਰਾਜਸਥਾਨ ਆਏ, ਜੀ ਉਸ ਤੋਂ ਬਾਅਦ ਇਹਨਾਂ ਦੇ ਪੁਰਖੇ ਪੰਜਾਬ ਤੇ ਆਉਂਦੇ ਆ। ਜੀ ਢਾਲੀਵਾਲ, ਮੈਂ ਤੈਨੂੰ ਇੱਕ ਬੇਟਾ ਹੋਰ ਗੱਲ ਦੱਸਦਾ ਕਿ ਰਾਜੇ ਦੇ ਵੱਡੇ ਪੁੱਤ ਨੂੰ ਤਾਂ ਮਿਲਦਾ ਹੁੰਦਾ ਹੈ ਰਾਜ, ਜੀ ਉਹ ਰਾਜਾ ਬਣਦਾ ਹੈ। ਜੀ ਲੇਕਿਨ ਜਿਹੜਾ ਛੋਟਾ ਹੁੰਦਾ ਹੈ ਉਹਨੂੰ ਰਾਜ ਨਹੀਂ ਮਿਲਦਾ, ਉਹਨੂੰ ਕੌਰ ਕਹਿੰਦੇ ਆ। ਕੌਰ। ਜਿਹੜਾ ਰਾਜਾ ਹੁੰਦਾ ਉਹਨੂੰ ਸਾਹਿਬਜ਼ਾਦਾ ਕਹਿੰਦੇ ਆ। ਜੀ ਕੁਝ ਰਾਜਿਆਂ ਦੇ ਅੰਦਰ ਜਿਹੜੇ ਰਾਜੇ ਸੀ, ਇੱਕ ਤਾਂ ਉਹਨਾਂ ਦਾ ਜਿਹੜਾ ਇੱਕ ਪੁੱਤ ਸੀ ਵੱਡਾ ਲਾ ਲਓ, ਉਹ ਰਾਜਾ ਬਣ ਗਿਆ। ਜਿਹੜੇ ਛੋਟੇ ਰਹਿ ਗਏ ਉਹ ਕੌਰ ਬਣ ਗਏ। ਜੀ ਕੌਰ ਬਣਦੇ ਕੌਰ ਕੋਲ ਤਾਂ ਜ਼ਮੀਨ ਘੱਟ ਹੀ ਹੋ, ਬਿਲਕੁਲ। ਕੌਰ ਕੋਲ ਤਾਂ ਜਾਇਦਾਦ ਘੱਟ ਹੋ ਰਾਜੇ ਨਾਲ। ਜੀ ਉਹ ਜਿਹੜੇ ਕੌਰ ਸੀ ਉਹਨਾਂ ਦੇ ਵਿੱਚੋਂ ਮਤਲਬ ਸਾਰੇ ਜ਼ਿਮੀਂਦਾਰ ਦੇ ਆਪਣੇ ਜੱਟਾਂ ਦੇ ਗੋਤ ਨਿਕਲੇ। ਧੌਲਪੁਰ ਹੈ ਰਾਜਸਥਾਨ ਦੇ ਅੰਦਰ, ਧੌਲਪੁਰ ਰਾਜਸਥਾਨ ਦੇ ਅੰਦਰ ਹੈ ਇੱਕ। ਜੀ ਮੈਂ ਜਾ ਕੇ ਵੀ ਆਇਆ ਉੱਥੇ, ਕੁਛ ਮੈਨੂੰ ਲੋੜ ਪਈ ਸੀ ਢਾਲੀਵਾਲਾਂ ਦੇ ਇਤਿਹਾਸ ਲਿਖਣ ਦੀ। ਕਿਹੜੇ ਜ਼ਿਲ੍ਹੇ 'ਚ ਪੈ ਜਾਂਦਾ ਉੱਥੇ? ਅਗਰ ਧੌਲਪੁਰ ਜ਼ਿਲ੍ਹਾ ਹੀ ਹੈ। ਧੌਲਪੁਰ ਖੁਦ ਹੀ ਇੱਕ ਰਾਜਸਥਾਨ ਦਾ ਜਿਹੜਾ ਧੌਲਪੁਰ ਬਹੁਤ ਵੱਡਾ ਮਤਲਬ ਬਹੁਤ ਉਮਦਾ ਸ਼ਹਿਰ ਹੈ ਤੇ ਬਹੁਤ ਮਸ਼ਹੂਰ ਸ਼ਹਿਰ ਹੈ। ਜੀ ਕਹਿੰਦੇ ਨੇ ਵੀ ਉੱਥੇ ਧਾਰਾ ਨਗਰੀ ਸੀ, ਧਾਰਾ ਨਗਰੀ ਦੇ ਵਿੱਚੋਂ ਇਹ ਲੋਕ ਉੱਠ ਕੇ ਆ ਗਏ। ਉਹਦਾ ਮੈਂ ਤੁਹਾਨੂੰ ਕੌਰ ਦੀ ਕਹਾਣੀ ਦੱਸੀ ਹੈ, ਫਿਰ ਉਹ ਕਿੰਨਾ ਕੁ ਚਿਰ ਰਹਿਣ ਉੱਥੇ ਰਾਜੇ ਦੇ ਕੌਰ। ਇਹ ਉੱਠ ਕੇ ਆ ਗਏ। ਇਹਨਾਂ ਦਾ ਕਿੱਤਾ ਸੀ ਧੌਲੀ ਪਾਲਣਾ। ਧੌਲੀ, ਤੁਸੀਂ ਨੂੰ ਕਹੋਗੇ ਧੌਲੀ ਕੀ ਸੀ? ਹਾਂਜੀ। ਧੌਲੀ ਕਹਿੰਦੇ ਨੇ ਗਊ ਮਾਤਾ ਨੂੰ। ਇਹ ਗਾਈਆਂ ਪਾਲਦੇ ਸੀ। ਧੌਲ ਬਲਦ ਨੂੰ ਨਹੀਂ ਕਹਿੰਦੇ ਇਹਨਾਂ? ਧੌਲ ਬਲਦ ਵੀ ਹੈ ਜੀ। ਬਲਦ ਤੇ ਗਾਈ 'ਚ ਕੋਈ ਫਰਕ ਨਹੀਂ, ਧੌਲੀ ਤੇ ਧੌਲ। ਜੀ ਜੀ ਜਾਣੇ ਮੈਂ ਸਮਝ ਲਓ ਵੀ ਇਹ ਗਊਆਂ ਪਾਲਦੇ ਸੀ, ਬਲਦ ਵੀ ਵਿੱਚ ਹੀ ਪਾਲਣਗੇ। ਜੀ ਜੀ ਬਿਲਕੁਲ। ਹਾਂ, ਢੱਡੇ ਵਿੱਚ ਹੀ ਹੋਣਗੇ। ਜੀ। ਉਹ ਧੌਲੀ ਇੱਕ ਕੰਮ ਇਹ ਹੋਰ ਕਰਦੇ ਸੀ। ਜਿਹੜਾ ਮੈਨੂੰ ਹੁਣੇ ਮੇਰਾ ਮੁੰਡਾ ਸੰਦੀਪ ਬਾਵਾ ਮੈਨੂੰ ਦੱਸ ਕੇ ਹਟਾ ਸੀ ਵੀ ਮੈਂ ਆਹ ਦੇਖਿਆ, ਪਰ ਉਹ ਜਿਹੜੇ ਇਤਿਹਾਸਕਾਰਾਂ ਨੇ ਦੇ ਵਿੱਚ ਚੜਾਇਆ ਨਾ ਤੁਹਾਡੇ ਟੀਵੀ ਦੇ ਵਿੱਚ, ਉਹਦੇ ਵਿੱਚੋਂ ਦੱਸਿਆ ਨਹੀਂ ਉਹਨਾਂ ਨੇ। ਜੀ। ਇੱਕ ਤਾਂ ਧੌਲੀ ਪਾਲਦੇ ਸੀ, ਭਾਵ ਗਊ ਪਾਲਦੇ ਸੀ, ਬਿਲਕੁਲ। ਨਾਲ ਰਾਤ ਨੂੰ ਧਾੜਾ ਮਾਰਦੇ ਸੀ। ਚੋਰੀ ਕਰਨ, ਡਾਕਾ ਕਰਨ ਤੇ ਧਾੜਾ ਮਾਰਨ 'ਚ ਫਰਕ ਹੈ। ਜੀ। ਚੋਰੀ ਹੁੰਦੀ ਹੈ ਬਿਨਾਂ ਇਨਫੋਰਮੇਸ਼ਨ ਦੇ। ਜੀ। ਡਾਕਾ ਹੁੰਦਾ ਹੈ ਸ਼ਰੇਆਮ ਰਫਲ ਚੱਕ ਕੇ ਲਲਕਾਰ ਕੇ ਕਹਿਣਾ ਵੀ ਮੈਂ ਆ ਗਿਆ ਓਏ, ਬਾਗੀ ਹੋ ਕੇ। ਬਾਕੀ ਇੱਕ ਸ਼ਬਦ ਹੋਰ ਹੈ ਜਿਹੜਾ ਫਤਿਹਪੁਰ ਮੈਂ ਲਲਕਾਰ ਕੇ ਕਹਿ ਸਕਦਾ, ਲਲਕਾਰ ਕੇ ਕਹਿੰਦਾ ਮੈਂ ਡਰ ਗਿਆ, ਸਾਰਾ ਕੁਝ ਚੱਕ ਕੇ ਲੈ ਗਏ। ਲੇਕਿਨ ਜਿਹੜੀ ਹੁੰਦੀ ਨਾ ਧਾੜਾ ਮਾਰਨਾ, ਜੀ, ਉਹ ਤਾਂ ਗੁਰੀਲਾ ਐਕਸ਼ਨ ਹੈ। ਗੁਰੀਲਾ ਇੱਕ ਜਾਨਵਰ ਹੁੰਦਾ, ਚੁੱਪ ਕੇ ਹਮਲਾ ਕਰਨ ਦਾ। ਧਾੜਾ ਮਾਰਨ ਦਾ ਅਰਥ ਹੁੰਦਾ ਵੀ ਸੁੱਤੇ ਪਏ ਆ, ਇੱਕ ਲੱਖ ਜਾ ਕੇ ਦਬਲੇ ਜਿਹੜੀ ਚੀਜ਼ ਹੈ ਲੈ ਲਈ। ਸੋ ਧੌਲੀ ਪਾਲਦੇ ਸੀ, ਧੌਲੀ ਪਾਲ ਕਹਿਣ ਲੱਗੇ, ਨਾਲ ਧਾੜੇ ਮਾਰਦੇ ਸੀ। ਇਹਨਾਂ ਨੂੰ ਧਾੜੀ ਮਾਰ ਕਹਿਣ ਲੱਗੇ। ਇਹ ਦੋ ਸ਼ਬਦਾਂ ਦਾ ਸਮਾਸ ਹੋ ਗਿਆ, ਰਲ ਗਏ ਤੇ ਹੌਲੀ ਹੌਲੀ ਪੰਜਾਬੀ ਦੇ ਅੰਦਰ ਇਸ ਨੂੰ ਢਾਲੀਵਾਲ ਕਹਿਣ ਲੱਗ ਕੇ। ਢਾਲੀ, ਮੈਂ ਕਹਿੰਦਾ ਵੀ ਜਿੱਥੇ ਤੁਸੀਂ ਜਿਸ ਨਗਰੀ ਦੇ ਵਿੱਚ ਬੈਠੇ ਹੋ, ਧੌਲਾ ਤੇ ਢਾਲੀਵਾਲਾਂ ਦੀ ਰਾਜਧਾਨੀ ਹੈ। ਜਿੱਥੋਂ ਤੱਕ ਮੇਰਾ ਵਿਸ਼ਵਾਸ ਹੈ ਕਿ ਜਿੰਨੇ ਵੀ ਢਾਲੀਵਾਲ ਪੰਜਾਬ ਦੇ ਅੰਦਰ ਹੋਏ ਹੈ, ਉਹ ਸਾਰੇ ਇਸ ਪਿੰਡ ਦੇ ਵਿੱਚੋਂ ਵੱਖ ਹੋਏ ਹੈ। ਜਿਵੇਂ ਸਾਡੇ ਪਿੰਡ ਦੇ ਵਿੱਚ ਰੂੜੇ ਕੀ, ਛੰਨਾ, ਛੋਟੇ ਰੂੜੇ ਕੇ, ਭੈਣੀ, 5 ਪਿੰਡ ਤਾਂ ਇੱਥੇ ਹੀ ਹੈ ਸਾਡੇ ਇਹਦੇ ਡਿਸਟ੍ਰਿਕਟ ਦੇ। ਰੂੜੇ ਕਿਆਂ ਵਿੱਚੋਂ ਅੱਗੇ ਪਿੰਡ ਵੱਜੇ, ਧੂਰਕੋਟ ਤੋਂ ਅੱਗੇ ਪਿੰਡ ਵੱਜੇ, ਉਹ ਸਾਰਿਆਂ ਦੀ ਵੱਖਰੀ ਕਹਾਣੀ ਹੈ। ਮੇਰੇ ਖਿਆਲ ਮੁਤਾਬਕ ਪੰਜਾਬ ਦੇ ਅੰਦਰ ਢਾਲੀਵਾਲਾਂ ਦੀ ਘੱਟੋ ਘੱਟ 135-36 ਛੋਟੇ ਵੱਡੇ ਘਰ ਤੇ ਵੱਡੇ ਵੱਡੇ ਪਰਿਵਾਰ ਹੈ ਜੀ। ਇੱਕ ਨਾ ਮੈਂ ਦਰਸ਼ਕੋ ਤੁਹਾਨੂੰ ਦੱਸਦਾ, ਇਸ ਵਕਤ ਅਸੀਂ ਬੈਠੇ ਕਿੱਥੇ ਆ? ਜ਼ਿਲ੍ਹਾ ਬਰਨਾਲਾ ਦੇ ਵਿੱਚ ਪਿੰਡ ਧੌਲਾ ਤਪੇ ਦੇ ਕੋਲੇ ਪੈ ਜਾਂਦਾ ਹੈ ਨਾ ਇਹ। ਤੇ ਇੱਕ ਮੈਂ ਹਾਂਜੀ ਤਹਿਸੀਲ ਤਪਾ ਇੱਕ ਨਾ ਗੱਲ ਹੋਈ ਹੈ, ਜੋ ਸ਼ਬਦ ਨਾ ਬਦਲਦੇ ਰਹਿੰਦੇ ਆ।
ਸ਼ਬਦ ਦੋ ਤਰ੍ਹਾਂ, ਇੱਕ ਹੁੰਦਾ ਤਤ ਸ਼ਬਦ ਤੇ ਇੱਕ ਤਤ ਭਾਵ, ਮਤਲਬ ਇੱਕ ਹੂਬਹੂ ਉਵੇਂ ਆ ਜਾਣਾ ਤੇ ਇੱਕ ਥੋੜਾ ਜਿਹਾ ਬਦਲਾ ਕੇ ਆ ਜਾਣਾ। ਦੋ ਕਿਸਮ ਦੇ ਸ਼ਬਦ ਹੁੰਦੇ। ਉਸੇ ਤਰੀਕੇ ਨਾਲ ਬਹੁਤ ਸਾਰੇ ਗੋਤਾਂ ਦੇ ਉਹ ਨਾਂ ਵੀ ਸੀ ਸਾਡੇ ਪੁਰਾਣੇ, ਉਹ ਬਦਲ ਕੇ ਉਹਦਾ ਰੂਪ ਬਦਲਦੇ ਰਹਿੰਦੇ ਆ ਦਰਿਆਵਾਂ ਦੇ ਵਾਂਗ। ਜੀ ਇਹਨੂੰ ਹਿੰਦੀ ਦੇ ਵਿੱਚ ਵਾਲੇ ਅਪਭ੍ਰੰਸ਼ ਕਹਿੰਦੇ ਆ ਜੀ। ਕਿਸੇ ਸ਼ਬਦ ਨੂੰ, ਜਿਵੇਂ ਤੁਸੀਂ ਕਹਿੰਦੇ ਤਤ ਭਾਵ ਤੇ ਤਤ ਸ਼ਬਦ ਹੁੰਦੇ ਨੇ, ਜੀ। ਕਈ ਵਾਰੀ ਉਹਨਾਂ ਦਾ ਸਮਾਸ ਹੁੰਦਾ ਹੈ, ਇਕੱਠੇ ਹੁੰਦਾ ਹੈ, ਵੀ ਉਹਨਾਂ ਦੋਹਾਂ ਦਾ ਸ਼ਬਦ ਮਤਲਬ ਸ਼ਬਦ ਅੱਡ ਹੁੰਦੇ ਨੇ, ਲੇਕਿਨ ਇੱਕ ਤੀਜਾ ਸ਼ਬਦ ਰੂਪ ਕਰ ਲੈਂਦਾ ਜੀ। ਇਹਨੂੰ ਟੁੱਟ ਭੱਜ ਹੋ ਕੇ, ਹਨਾ, ਬਿਲਕੁਲ ਟੁੱਟ ਬਹੁਤ ਜਵਾਨ ਕਰਦੀ ਹੈ ਸਾਡੀ। ਜੀ। ਹੁਣ ਜਿਵੇਂ ਧੌਲੀ ਪਾਲ ਅੱਡ ਸ਼ਬਦ ਹੈ, ਧਾੜੀ ਵਾਲ ਅੱਡ ਸ਼ਬਦ ਹੈ, ਜੀ। ਲੇਕਿਨ ਜਦੋਂ ਦੋਏ ਮਿਲ ਗਏ ਤਾਂ ਜਿਹੜਾ ਸਾਡੀ ਲੋਕ ਬੋਲੀ ਸੀ, ਲੋਕਾਂ ਨੇ ਉਹਨੂੰ ਧਾਲੀ ਵਾਲ ਕਬੂਲ ਲਿਆ, ਪ੍ਰਵਾਨ ਕਰ ਲਿਆ। ਤੇ ਇੱਕ ਆ ਗਈ ਆਪਾਂ ਫਿਰ ਬੈਕ ਕਿਲੇ ਦੇ ਉੱਤੇ ਜਿਹੜੀ ਇਹਦੀ ਐਟ ਲੱਗੀ ਆ, ਇਹ ਕਿਹੜੇ ਸਮੇਂ ਦੀ ਆ? ਮਤਲਬ ਕੀ ਕਹਿੰਦੇ ਇਸ ਐਟ ਨੂੰ ਖਾਸ ਤੌਰ ਤੇ? ਕੀ ਅਗਰ ਆਪਾਂ ਆਮ ਜ਼ੁਬਾਨ ਚ ਕਹੀਏ ਵੀ ਇਹਨੂੰ ਫਲਾਨੀ ਐਟ ਵੱਜਦੀ ਹੈ? ਦੇਖੋ, ਜਿੱਥੋਂ ਤੱਕ ਤਾਂ ਅੱਜ ਦੀ ਗੱਲ ਹੈ ਜੀ, ਅੱਜ ਤੈਨੂੰ ਦੋ ਚੀਜ਼ ਕਹਿੰਦੇ, ਲਾਹੌਰੀ ਇੱਟ ਤੇ ਭਦੌੜੀ ਇੱਟ। ਭਦੌੜੀ ਐਟ ਜੀ। ਭਦੌੜ ਦੇ ਵਿੱਚ ਵੀ ਉਸ ਸਮੇਂ ਦੇ ਨਾਟਾਂ ਦੇ ਆਵੇ ਹੁੰਦੇ, ਆਵੇ ਪਏ ਨੇ ਅਜੇ, ਹੈਗੇ ਅਜੇ, ਹੁਣ ਤਾਂ ਮਤਲਬ ਦੋ ਰਹਿ ਗਏ ਜੀ। ਲਾਹੌਰ ਦੇ ਵਿੱਚ ਇਹਦੇ ਮਤਲਬ ਬਹੁਤ ਆਵਿਆਂ ਚੋਂ ਨਿਕਲਦੀ ਸੀ ਤੇ ਜੀ। ਪਰ ਬੇਟਾ, ਜਦੋਂ ਮੈਂ ਮੋਹਨਜੋਦੜੋ ਤੇ ਹੜੱਪਾ ਦੀ ਸਭਿਅਤਾ 'ਚ ਨਿਗਾਹ ਮਾਰਨਾ ਜੀ, ਉਸ ਸਮੇਂ ਇੱਟ ਬਹੁਤ ਲੰਬੀ ਹੈ, ਸਾਈਜ਼ ਵੱਡਾ ਉਹਦਾ, ਸਾਈਜ਼ ਵੱਡਾ। ਮੈਂ ਜਦੋਂ ਕੁਛ ਨਾ ਕੁਛ ਇੱਕ ਥਾਂ ਦੋ ਥਾਂ ਮੈਂ ਸਭਿਅਤਾ ਦਾ ਜਿਹੜਾ ਕੇਂਦਰ ਉਹ ਦੇਖਿਆ, ਜਿਵੇਂ ਸੰਘੋਲ ਹੈ, ਉੱਚਾ ਪਿੰਡ ਆ ਗਿਆ, ਉੱਚਾ ਪਿੰਡ ਸੰਘੋਲ। ਉਹ ਸੰਘੋਲ ਪਿੰਡ ਉਸੇ ਹੜੱਪਾ ਤੇ ਮੋਹਨਜੋਦੜੋ ਦੀ ਜਿਹੜੀ ਸਭਿਅਤਾ ਹੈ ਉਸ ਸਮੇਂ ਦਾ ਹੀ ਹੈ ਜੀ। ਆਮ ਤੌਰ ਤੇ ਮੈਨੂੰ ਇਹ ਲੱਗਦਾ ਵੀ ਉਹ ਬੁੱਧ ਨਾਲ ਸੰਬੰਧਿਤ ਹੈ, ਮਹਾਤਮਾ ਬੁੱਧ ਜੀ ਨਾਲ। ਜੀ। ਮੈਂ ਜਦੋਂ ਉੱਥੇ ਵੀ ਗਿਆ, ਉੱਥੇ ਵੀ ਇੱਟ ਬੜੀ ਚੌੜੀ ਹੈ। ਹੂੰ। ਸੋ ਮੈਨੂੰ ਇਹ ਲੱਗਦਾ ਹੈ ਵੀ ਆਰੀਆ ਦੇ ਆਉਣ ਸਮੇਂ ਜੀ ਇੱਟ ਦੀ ਲੰਬਾਈ ਬੜੀ ਚੌੜੀ ਸੀ, ਲੇਕਿਨ ਉਦੋਂ ਬਾਅਦ ਜੀ ਜਿਹੜਾ ਇਹ ਸਮਾਂ ਜਗਦੇਵ ਵਾਲਾ, ਜੀ, ਰਾਜੇ ਜਗਦੇਵ ਜੀ ਵਾਲਾ ਸਮਾਂ, ਜੀ। ਉਸ ਦੇ ਸਮੇਂ ਜਿਹੜੀ ਇੱਟ ਬਣੀ ਹੈ ਉਹ ਛੋਟੀ ਇੱਟ ਬਣੀ, ਉਸ ਸਮੇਂ ਦੀ ਇੱਟ ਹੈ। ਜਿਹੜਾ ਰਾਜਾ ਜਗਦੇਵ ਦੀ ਆਪਾਂ ਗੱਲ ਕਰ ਰਹੇ ਹਾਂ, ਕੀ ਇਹ 850 ਸਾਲ ਪਹਿਲਾਂ ਹੋਇਆ? ਹਾਂ, ਲਗਭਗ ਹੋ ਸਕਦਾ ਨਾ, ਥੋੜਾ ਕਣਾ। ਦੇਖੋ, ਮੈਂ ਇਉਂ ਤਾਂ ਕਹਿ ਨਹੀਂ ਸਕਦਾ ਵੀ ਰਾਜਾ ਜਗਦੇਵ 12 ਜਨਵਰੀ 1935 ਨੂੰ ਜੰਮਿਆ ਸੀ, ਜੀ, ਇਹ ਤਾਂ ਬਿਲਕੁਲ, ਕਿਉਂਕਿ ਜੀ। ਨਹੀਂ ਬੇਟੇ, ਐਗਜ਼ੈਕਟ ਡੇਟਾਂ ਹੈਗੀਆਂ, ਹੂੰ। ਲੇਕਿਨ ਇਸ ਟਾਈਮ ਇੱਕ ਤਾਂ ਤੁਸੀਂ ਮੈਨੂੰ ਜਲਦੀ, ਮਤਲਬ ਮੈਂ ਤਾਂ ਸੁੱਤਾ ਪਿਆ ਸੀ, ਤੁਸੀਂ ਬੁਲਾ, ਮੈਂ ਤੁਹਾਡੇ ਹਾਜ਼ਰ ਹੋ ਗਿਆ ਤੁਹਾਡੀ ਸੇਵਾ 'ਚ ਜੀ। ਐਗਜ਼ੈਕਟ ਡੇਟ ਹੈਗੀ ਰਾਜੇ ਦੀ ਜੀ, ਵਿੱਚ ਕੋਈ ਸ਼ੱਕ ਨਹੀਂ ਜੀ। ਇਤਿਹਾਸ ਦੇ ਵਿੱਚ ਪਈ ਹੈ ਉਹਦੀ ਡੇਟ, ਕਦੋਂ ਸੀ ਉਹਦਾ ਰਾਜ, ਸਮਕਾਲ ਵੀ ਉਹਦੇ ਹੈਗੇ। ਜੀ। ਮੈਂ ਇੱਥੇ ਥੋੜੀ ਜੀ ਹੋਰ ਗੱਲ ਦੱਸ ਦਿਆਂ। ਰਾਜੇ ਜਗਦੇਵ ਨਾਲ ਜੀ ਢਾਲੀਵਾਲ ਗੋਤ ਹੈ ਜਿਹੜਾ, ਉਹਨਾਂ ਦੇ ਇੱਕ ਬਹੁਤ ਬੜੇ ਬਜ਼ੁਰਗ ਨੇ ਜੀ। ਉਹਨਾਂ ਦਾ ਨਾਮ ਹੈ ਬਾਬਾ ਸਿੱਧ ਭੋਈ। ਸਿੱਧ ਭੋਈ। ਹਾਂ, ਸ਼ਬਦ ਹੈ ਮੈਨੂੰ ਐ ਲੱਗਦਾ ਭੂਹੀ ਹੈ। ਅੱਛਾ। ਭਾਬੇ ਨੂੰ ਦਲੈਂਕੜੇ ਖਾਏ ਨੂੰ ਬਿਹਾਰੀ, ਪਰ ਬੋਲਦੇ ਆਪਾਂ ਹੋੜਾ ਵਾ। ਹਾਂ, ਬੋਲਦੇ ਆਪਾਂ ਹੋੜਾ। ਹੂੰ। ਸਿੱਧ ਭੋਈ ਨਾਲ ਵੀ ਜਗਦੇਵ ਦਾ, ਰਾਜੇ ਜਗਦੇਵ ਦਾ ਮੁਹੱਬਤ ਸੀ, ਜੰਗ ਸੀ, ਉਹਨਾਂ ਨੇ ਇੱਕ ਜੰਗ ਵੀ ਇਕੱਠੀ ਲੜੀ ਹੈ ਜੀ। ਤੇ ਜਿਹੜਾ ਬਾਬਾ ਸਿੱਧ ਭੋਈ ਹੈ ਜੀ, ਉਹ ਬਾਬਾ ਨਾਨਕ ਜੀ ਤੋਂ ਬਹੁਤ ਚਿਰ ਪਹਿਲਾਂ ਹੋਏ ਹੈ। ਜੀ, ਬਿਲਕੁਲ। ਇਸ ਕਰਕੇ ਜੇ ਜਗਦੇਵ ਦਾ ਅਸੀਂ ਸਮਾਂ ਗਿਣਨਾ ਹੋਵੇ ਤਾਂ 850 ਸਾਲ ਬਣਦਾ ਹੈ। ਜੀ। ਉਸੇ ਸਮੇਂ ਦਾ ਹੀ ਇਹ ਮੈਨੂੰ ਕਿਲਾ ਲੱਗਦਾ। ਇਹ ਜਿਹੜਾ ਆਕਾਰ ਪੱਖੋਂ ਆਪਾਂ ਦੇਖੀਏ ਕਿਲਾ, ਕੀ ਇੰਨਾ ਹੀ ਸੀ ਜਾਂ ਇਹਦੇ ਹੋਰ ਵੀ ਵਿਸ਼ਾਲ? ਨਹੀਂ, ਆਕਾਰ ਪੱਖੋਂ ਮੈਂ ਜੋ ਮੇਰੇ ਯਾਦ ਹੈ ਵੀ ਜਦੋਂ ਮੈਂ 5ਵੀਂ ਚ ਪੜ੍ਹਦਾ ਹੁੰਦਾ ਤਾਂ ਪਿੰਡ ਦੇ ਸ਼ਿਵਦੇਪਾਲ ਸਕੂਲ ਸੀ ਜੀ, ਉੱਥੇ ਪਾਣੀ ਆ ਗਿਆ 52 ਚ। ਹਾਂਜੀ, ਪਾਣੀ ਆ ਗਿਆ, ਪਾਣੀ ਦੇ ਵਿੱਚ ਸਾਡਾ ਸਕੂਲ ਰੁੜ ਗਿਆ। ਇਹ ਚੀਜ਼ਾਂ ਜਿਹੜੀਆਂ ਉਹ ਸੀ ਨਾ, ਮਤਲਬ ਮੇਜ਼ ਕੁਰਸੀਆਂ, ਮੇਰੀ ਜਮਾਤ ਵਾਲੇ ਤੇ 3-4 ਹੋਰ ਬੰਦੇ ਸੀ, ਕੱਢ ਕੇ ਲੈ ਕੇ ਆਏ ਸੀ। ਉਹ ਸਕੂਲ ਸੀ। ਜਦੋਂ ਉਹ ਪਾਣੀ ਆਇਆ 1952 ਤੋਂ ਪਹਿਲਾਂ, ਜਦ ਮੇਰਾ ਜਨਮ 10 ਜਨਵਰੀ 1948 ਹੈ ਜੀ, ਮੈਂ 55, ਮੈਂ ਲਾ ਲਾ ਵੀ 5-6 ਸਾਲ ਦਾ ਬੱਚਾ ਖੇਡਣ ਲੱਗ ਜਾਂਦਾ ਜੀ। 5-6 ਸਾਲ ਦੀ ਉਮਰ ਵਿੱਚ ਮੈਂ ਇੱਥੇ ਦੇਖਿਆ ਜੀ ਇਹ ਬੁਰਜ ਜਿਹੜਾ ਜਿਹਦੇ ਪਾਸੇ ਮੈਂ ਹੱਥ ਖੜਾ ਕਰਨਾ ਜੀ, ਇਹ ਬੁਰਜ ਸਭ ਤੋਂ ਸੋਹਣਾ ਸੀ ਜੀ। ਇਉਂ ਲੱਗਦਾ ਹੁੰਦਾ ਵੀ ਇੱਥੇ ਰਹਿائش ਹੈ। ਇਸ ਸਾਈਡ ਚੜ੍ਹਦੇ ਵਾਲੀ ਪਾਸੇ ਜੀ, ਮਤਲਬ ਇਹਦਾ ਮੇਨ ਦਰਵਾਜ਼ਾ ਸੀ, ਉਹਦੇ ਉੱਤੇ ਵੀ ਇਹ ਜਿਹਾ ਬੁਰਜ ਸੀ, ਵੱਡਾ ਦਰਵਾਜ਼ਾ ਸੀ, ਵੱਡੇ ਉਹਦੇ ਤਖਤੇ ਮੈਂ ਦੇਖੇ ਲੱਕੜ ਦੇ ਬਣੇ ਸੀ ਜੀ। ਮੈਨੂੰ ਲੱਗਦਾ ਵੀ ਉਹ ਲੱਕੜ ਦੇ ਫੁੱਟ ਚੌੜੇ ਦਰਖਤ ਸੀ, ਦਰਵਾਜ਼ੇ ਸੀ, ਤੇ ਮੂਹਰੇ ਵਿੱਚ ਉਹਦੇ ਦਰਵਾਜ਼ਿਆਂ ਦੇ ਕਿੱਲੀਆਂ ਲੱਗੀਆਂ ਸੀ ਤਿੱਖੀਆਂ ਜੀ। ਉਹ ਅਸੀਂ ਕਹਿੰਦੇ ਹੁੰਦੇ ਵੀ ਇਹ ਤਾਂ ਲੱਗੀਆਂ ਵੀ ਹਾਥੀ ਇਹਨੂੰ ਟੱਕਰ ਮਾਰ ਕੇ ਤੋੜ ਨਾ ਦੇਵੇ। ਉਹ ਮੈਂ ਦੇਖੀ ਗੇਟਾਂ ਦੇ ਮੂਹਰੇ ਜੋ ਲੱਗੇ ਹੁੰਦੇ ਦਰਵਾਜ਼ੇ। ਹਾਂ, ਗੇਟਾਂ ਦੇ ਮੂਹਰੇ ਸੂਏ ਜਿਹੇ ਲੱਗੇ ਹੁੰਦੇ ਆ, ਸੂਏ ਵਾਂਗੂ ਲੱਗੇ ਸੀ। ਇਹ ਦਰਵਾਜ਼ਾ ਸੀ। ਉਦੋਂ ਬਾਅਦ ਜੀ ਬਿਲਕੁਲ ਸਾਈਡ ਤੇ ਦੱਖਣ ਵਾਲੇ ਪਾਸੇ ਬੁਰਜ ਸੀ, ਉਹ ਤਾਂ ਮੈਂ ਚੜ੍ਹਦਾ ਵੀ ਨਹੀਂ। ਉਦੋਂ ਬਾਅਦ
ਮਤਲਬ ਇਹਨੂੰ ਕਹਿੰਦੇ ਆਪਾਂ ਪੱਛਮ ਦੱਖਣ ਦੇ ਵਿੱਚ ਇੱਕ ਸੀ, 4 ਬੁਰਜ ਸੀ। ਚਾਰੇ ਬੁਰਜਾਂ ਦੇ ਦਿਵਾਲੇ ਕੰਧ ਸੀ ਜੀ ਤੇ ਘੱਟੋ ਘੱਟ 12-13 ਫੁੱਟ ਚੌੜੀ ਸੜਕ ਬਣੀ ਸੀ ਉੱਚੀ ਜੀ। ਇਧਰਲੇ ਪਾਸੇ ਵੀ ਕੰਧ ਸੀ। ਇਹ 4 ਚਫੇਰਾ ਮਤਲਬ ਇਸ ਤਰ੍ਹਾਂ ਸੀ। ਅੱਛਾ, ਜਿਵੇਂ ਮੈਂ ਤੁਹਾਨੂੰ ਦਿਖਾ ਵੀ ਸਕਦਾ, ਜੇ ਉੱਪਰ ਉਹ ਸਾਹਮਣੇ ਝਰੋਖੇ ਆ ਨਾ ਜੀ ਜੀ ਇਹ 2 ਤਰ੍ਹਾਂ ਦੇ ਸੀ। ਜੀ ਇੱਕ ਤਾਂ ਸਿੱਧੇ ਸੀ ਜਿਵੇਂ ਉਹ ਸਾਫ਼ ਹੈ, ਜੀ। ਇੱਕ ਪਨਾਲੇ ਵਾਂਗੂ ਥੱਲੇ ਸੀ ਲੰਬਾ। ਉਹ ਸਾਨੂੰ ਤਾਂ ਬੜੇ ਅਧਿਆਪਕ ਦੱਸ ਦਿੰਦੇ ਵੀ ਜਿਹੜੇ ਲੰਬਾ ਹੈਗਾ ਝਰੋਖਾ ਜੀ, ਉਹਦੇ ਵਿੱਚ ਤਾਂ ਬੰਦੂਕ ਦੂਰ ਚੱਲਦੀ ਸੀ। ਮਤਲਬ ਇੱਕ ਕੋਈ ਦੁਸ਼ਮਣ ਆਉਂਦਾ ਤਾਂ ਉਹਦੇ ਲਈ ਨਾ ਚਲੋ ਕਿ ਇੱਕ ਵਧੀਆ ਦੂਰ ਟਿਕਾਉਣ ਵਾਸਤੇ ਬੰਦੂਕ ਦੂਰ ਦੀ ਚੱਲਦੀ ਸੀ, ਜਿਹੜੀ ਸੇਫ ਰਹਿ ਕੇ ਹਮਲਾ ਕੀਤਾ ਜਾ ਹਾਂ ਸਕੇ ਦੂਰ ਜੀ ਜੀ ਟਿਕ ਕੇ। ਜੀ। ਅੱਛਾ, ਜਿਹੜਾ ਸੀ ਉਹ ਝਰੋਖੇ ਇਸ ਤਰ੍ਹਾਂ ਥੱਲੇ ਨੂੰ ਆਉਂਦੇ, ਜੀ। ਉਹਦਾ ਮਤਲਬ ਇਹ ਸੀ ਕਿ ਜੇ ਦੁਸ਼ਮਣ ਕਿਲੇ ਦੀਆਂ ਜੜ੍ਹਾਂ 'ਚ ਪਹੁੰਚ ਜੇ ਤਾਂ ਉਹ ਟੇਢੀ ਬੰਦੂਕ ਕਰਕੇ ਤੇ ਮਾਰ ਕਰ ਸਕੇ। ਕਿਉਂਕਿ ਅਕਸਰ ਅੱਗੇ ਨਾ ਜਦੋਂ ਹਮਲੇ ਹੁੰਦੇ ਸੀ ਤਾਂ ਸਫੀਲ ਦੇ ਵਿੱਚ ਜਾਂ ਬਰੂਦ ਲਾ ਕੇ ਉਡਾਉਂਦੇ ਸੀ, ਬਿਲਕੁਲ। ਹਨਾ, ਤਾਂ ਉਸੇ ਤਰੀਕੇ ਨਾਲ ਤਕਨੀਕ ਨੂੰ ਰੱਖਿਆ ਗਿਆ। ਹਾਂ ਹਾਂ ਇੱਕ ਮੈਂ ਹੋਰ ਹੈਰਾਨ ਹੁੰਨਾ ਵੀ ਅੱਜ ਕੱਲ ਵੀ ਆਪਾਂ ਘਰ ਪਾਉਨੇ ਆ ਹਨਾ, ਕਿੰਨੀ ਤਕਨੀਕ ਨਾਲ ਪਾਉਨੇ ਆ, ਉਹ ਖਰਾਬ ਹੋ ਜਾਂਦੇ ਆ। ਪਰ ਇਹ 850 ਸਾਲ ਦੀ ਉਮਰ ਹੰਢਾ ਕੇ ਕਹਿ ਲੋ ਕਿ ਮੈਨੂੰ ਤੇ ਇਉਂ ਲੱਗਦਾ ਵੀ ਇਹ ਹਜੇ ਵੀ ਜਵਾਨ ਜਿਹਾ ਹੁੰਦਾ, ਜਿਵੇਂ ਜਿੰਨਾ ਵੀ ਇਹ ਖੜਾ ਵਾ। ਨਹੀਂ, ਇਹ ਕਲਾ ਪੱਖ ਤੋਂ ਆਪਾਂ ਕਿ ਦੇਖ ਸਕਦੇ ਵੀ ਹਾਂ ਮੈਂ ਜ਼ਿਆਦਾ ਸੀ। ਇਹਦੇ ਵਿੱਚ ਮੈਂ 2 ਗੱਲਾਂ ਕਰਦਾ ਜੀ ਇੱਕ ਤਾਂ ਗੱਲ ਇਹ ਹੈ ਵੀ ਜੇ ਤੁਸੀਂ ਇਹ ਕਹੋ ਜੀ ਪੰਜਾਬ ਅੰਦਰ ਜਾਂ ਹਿੰਦੁਸਤਾਨ ਅੰਦਰ ਜਾਂ ਵਰਲਡ ਤੇ ਪਹਿਲਾਂ ਟੈਕਨੀਕ ਨਹੀਂ ਸੀ, ਜੀ ਇਹ ਟੈਕਨੀਕ ਤਾਂ ਹੁਣੇ ਜੰਮੀ ਹੈ ਜਦੋਂ ਸਾਇੰਸ ਨੇ ਮਤਲਬ ਤਰੱਕੀ ਕਰ ਲਈ, ਇਹ ਝੂਠ ਹੈ ਜੀ। ਮੈਂ ਇੱਕ ਕਿਤਾਬ ਲਿਖੀ ਹੈ ਆਦਿਕਾਲੀਨ ਯੁੱਗ ਦੀਆਂ ਕਹਾਣੀਆਂ। ਜੀ ਜਦੋਂ ਆਦਿ ਯੁੱਗ ਸੀ, ਮਨੁੱਖ ਜਦੋਂ ਅਜੇ ਪੈਰਾਂ ਤੇ ਮਤਲਬ 4 ਪੈਰਾਂ ਤੇ ਤੁਰਦਾ ਹੁੰਦਾ ਸੀ, ਸ਼ੁਰੂਆਤੀ ਸੀ। ਸ਼ੁਰੂਆਤੀ ਉਹ ਬੰਦਾ ਸੋਟੀ, ਜਿਹੜਾ ਉਹ 4 ਪੈਰਾਂ ਤੁਰਨ ਵਾਲਾ ਜਿਹੜਾ ਜਾਨਵਰ ਸੀ ਜਾਂ ਮਨੁੱਖ ਸੀ, ਉਹ ਸੋਟੀ ਰੱਖਦਾ ਹੁੰਦਾ ਆਪਦੇ ਗੋਡੇ ਤੇ ਆਪਦੇ ਡਿਫੈਂਸ ਵਾਸਤੇ। ਡਿਫੈਂਸ ਯੁਕਤ ਸੀ, ਡਿਫੈਂਸ ਸੈਂਸ ਸੀ ਜੀ। ਆਪਾਂ ਕਿਵੇਂ ਕਹਿ ਦਿਆਂਗੇ ਵੀ ਟੈਕਨੀਕ ਨਹੀਂ ਸੀ। ਬਿਲਕੁਲ ਬਿਲਕੁਲ। ਉਹੀ ਸੋਟੀ ਤੀਰ ਕਮਾਨ ਬਣੀ, ਉਹੀ ਸੋਟੀ ਨੇਜਾ ਬਣੀ, ਉਹੀ ਸੋਟੀ ਦੇ ਤੁਰਦੇ ਤੀਰ ਕਮਾਨ ਤੋਂ ਬਾਅਦ ਅੱਜ ਰਾਕਟ ਤੇ ਸਾਰਾ ਕੁਝ ਉਹ ਟੈਕਨੀਕ ਦੀ ਜੇ ਆਪਾਂ ਦੇਖੀ, ਬਿਲਕੁਲ ਬਿਲਕੁਲ ਮੁੱਢ ਸੀ ਉਹ ਚੀਜ਼, ਮੁੱਢ ਸੀ। ਸੋ ਮੈਂ ਇਹ ਕਹਿਣਾ, ਮੈਂ ਤੁਹਾਨੂੰ ਇਸੇ ਕਿਲੇ ਦੀ ਗੱਲ ਦੱਸਦਾ ਜੀ ਕਿ ਉਹਨਾਂ ਕੋਲ ਇੰਨੀ ਟੈਕਨੀਕ ਸੀ, ਜਦੋਂ ਅਸੀਂ ਇਹਦੇ ਅੰਦਰ ਪੈ ਜਾਂਦੇ ਰਾਤ ਨੂੰ, ਜੇ ਤਾਂ ਗਰਮੀ ਹੁੰਦੀ ਤਾਂ ਇਹ ਤਾਂ ਠੰਡਾ ਹੁੰਦਾ ਜੀ, ਜੇ ਸਰਦੀ ਹੁੰਦਾ ਇਹ ਗਰਮ ਹੁੰਦਾ। ਇਹ ਟੈਕਨੀਕ ਹੈ। ਇਹਦੀ ਬਣਾਉਣ ਦੀ ਸ਼ੇਪ ਵੀ ਨਾ ਅੰਡਾਕਾਰ ਜੇ ਅੰਦਰਲੇ ਪਾਸਿਓਂ ਨਾ ਵੱਖਰੀ ਕਿਸਮ ਹੈ। ਹਾਂ ਵੱਖਰੀ ਤੁਸੀਂ ਦੇਖੋ ਕੁਤਬ ਦੀ ਲਾਟ ਹੈ ਜੀ, ਇਸ ਕਿਲੇ ਤੋਂ ਪੁਰਾਣੀ ਹੈ, ਦਿੱਲੀ 'ਚ ਉਹ ਲੋਹੇ ਦੀ ਬਣੀ ਹੈ, ਇੱਥੇ ਕੋਈ ਜਰਨੀ ਪਈ। ਹਾਂ ਬਿਲਕੁਲ। ਅਸ਼ੋਕ ਦੇ ਮਤਲਬ ਅਸ਼ੋਕ ਦੇ ਸ਼ਿਲਾ ਲੇਖ ਨੇ ਜੀ, ਮਹਾਰਾਜਾ ਅਸ਼ੋਕ ਬੁੱਧ ਸਮੇਂ ਹੋਏ ਨੇ, ਬਿਲਕੁਲ ਜੀ। ਤੇ ਉਹਦੇ ਤੇ ਸ਼ਿਲਾ ਲੇਖ ਹੈ, ਉਹਨੂੰ ਇੰਨੀ ਵੀ ਜਰਨੀ ਪਈ। ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਤੁਹਾਡਾ ਸਵਾਲ ਹੈ ਬਹੁਤ ਵਧੀਆ ਸਵਾਲ ਹੈ, ਜਿਹੜੀ ਟੈਕਨੀਕ ਸੀ ਨਾ ਉਹਨਾਂ ਲੋਕਾਂ ਦੀ ਜੀ, ਉਹ ਬੇਮਿਸਾਲ ਸੀ। ਹੁਣ ਮਹਿੰਦੜੇ ਵੀ ਲੈ ਲਓ, ਜੀ ਜੀ, ਅਸੀਂ ਗੁਸਲਖਾਨੇ ਬਣਾ ਲੈਂਦੇ ਆ, ਮੰਜੇ ਜਿਹੜੇ ਨਹੀਂ ਹੁੰਦੇ, ਉਹ ਕਿੱਡੇ ਕਿੱਡੇ ਕਮਰੇ ਜਿਹੜੇ ਪਤਾ ਲੱਗਦਾ ਵੀ ਜੋ ਵੱਡੇ ਜੀ ਕਮਰੇ ਤੋਂ ਬਾਹ ਕੇ ਦਾ ਪਾਣੀ ਉਹਨਾਂ ਦਾ ਬਾਹਰ ਨਿਕਲਦਾ ਸੀ। ਸਵਿਮਿੰਗ ਪੂਲ ਵੀ ਜਿਵੇਂ ਉਸ ਹਿਸਾਬ ਦੇ ਬਣੇ ਸੀ, ਪਾਣੀ ਦਾ ਹੋ ਗਿਆ ਸਾਰਾ ਹਨਾ, ਨਿਕਾਸੀ ਸਿਸਟਮ ਸਾਰਾ ਪੂਰਾ ਸੀ। ਸਾਰਾ ਇਹਦਾ ਮਤਲਬ ਇਹ ਹੋਇਆ ਜਿਹੜਾ ਕਿਲਾ ਹੈ ਇਹਦੀ ਖਾਸ ਤਕਨੀਕ ਹੈ। ਇੱਕ ਹੋਰ ਸੀ ਜੀ, ਜਿਹੜੀ ਮੈਂ ਸਫੀਲ ਦੀ ਗੱਲ ਕੀਤੀ ਹੈ, ਉੱਚੀ ਕੰਧ ਤੇ ਛੋਟੀ ਕੰਧ ਦੇ ਵਿਚਾਲੇ ਜਿਹੜੀ ਸੜਕ ਸੀ ਜੀ, ਉਹ ਜਦੋਂ ਢਹੀ ਹੈ ਮੀਂਹਾਂ 'ਚ ਤਾਂ ਥੋੜਾ ਜਿਹਾ ਪਾਸਾ ਡਿੱਗ ਪਿਆ ਜੀ, ਤੇ ਉਹਦੇ ਵਿੱਚੋਂ ਮੈਨੂੰ 12-13 ਫੁੱਟ ਦੇ ਥਾਂ ਦੇ ਵਿੱਚ ਰੇਤਾ ਭਰਿਆ ਵਸੇ ਜੀ, ਵੀ ਤਾਂ ਕਿ ਜੇ ਬਾਹਰੋਂ ਕੋਈ ਮਤਲਬ ਤੋਪ ਦਾ ਜਾਂ ਕੋਈ ਫਾਇਰ ਕਰਦਾ ਉਹ ਰੇਤਾ ਨੂੰ ਸੰਕੋਚ ਲੈ ਅੰਦਰ ਕਿਲੇ ਦੇ, ਉਹ ਵੀ ਟੈਕਨੀਕ ਸੀ। ਬਿਲਕੁਲ ਸੋ ਇਹ ਪੁੱਤੇ ਖਾਸ ਟੈਕਨੀਕ ਨਾਲ ਬਣੀ ਵੀ ਹੈ। ਅੱਛਾ ਮੈਂ ਹੋਰ ਦੇਖਦਾ ਜੀ, ਇਹ ਤਾਂ ਸਾਡੇ ਮੁੰਡਿਆਂ ਨੇ ਮਤਲਬ ਸਹੀ ਕਰਤਾ ਨਾ, ਹੁਣ ਜੀ ਰਿਪੇਅਰ ਹੋ ਗਿਆ ਥੋੜਾ ਜਿਹਾ। ਹਾਂ ਇਹ ਤਾਂ ਸਾਡੇ ਸੰਦੀਪ ਹੋਰਾਂ ਨੇ ਕਲੱਬ ਵਾਲੇ ਮੁੰਡਿਆਂ ਨੇ ਠੀਕ ਕਰਾਇਆ। ਜਿਹੜੀ ਇੱਟ ਹੈ ਉੱਪਰਲੀ ਇੱਟ ਹੀ ਸਾਫ਼ ਹੈ ਜੀ, ਅੰਦਰ ਤਾਂ ਹੀ ਸਿੱਟੀਆਂ ਹੋਈਆਂ ਜਿਵੇਂ ਪਤਾ ਨਹੀਂ ਕਿਹੜੀ ਟੈਕਨੀਕ ਸੀ, ਗਾਰਾ ਪਾਇਆ ਇੱਟਾਂ ਸਿੱਟੀ ਗਏ। ਇਹ ਚੂਨਾ ਵਰਤਿਆ ਗਿਆ। ਚੂਨਾ ਲੱਗਦਾ ਨਹੀਂ ਵੀ ਸੀਮਟ ਨਾਲੋਂ ਜ਼ਿਆਦਾ ਮਜ਼ਬੂਤ ਸੀ, ਪਾਵਰਫੁਲ ਸੀ, ਕਿਉਂਕਿ ਆਪਾਂ ਦੇਖੀਏ ਹਨਾ ਪਹਿਲਾਂ ਉਹ ਦੇ ਕਦੋਂ ਦੇ ਬਣੇ ਉਹ ਉਵੇਂ ਦੇ ਉਵੇਂ ਜੋੜ ਹੋ ਗਿਆ ਤੇ ਸੀਮਟ ਲੈ ਕੇ ਡਿੱਗੀ ਜਾਂਦਾ। ਮੈਂ ਫਿਰ ਉਸੇ ਗੱਲ ਤੇ ਆਉਣਾ ਬੇਟੇ, ਕਈ ਟੈਕਨੀਕਸ ਇਹ ਜਿਹੀਆਂ ਜਿਹੜੀਆਂ ਅੱਜ ਦੇ ਪੂਰੇ ਵਿਸ਼ਵ ਅੰਦਰ ਅੱਜ ਵੀ ਉਹ ਪਾਇਦਾਰ ਨੇ, ਪਰ ਇਸ ਨੂੰ ਵਰਤਣ ਉੜ ਗਏ। ਚੂਨੇ 'ਚ ਹੋਰ ਗੁਣ ਹੈ, ਇੱਕ ਤਾਂ ਤੁਹਾਡੇ ਵਾਲਾ ਗੁਣ ਹੈ ਵੀ ਦੇਖੋ ਕਿੰਨਾ ਚਿਰ ਦੀਆਂ ਹਜ਼ਾਰਾਂ ਸਾਲਾਂ ਦੀਆਂ ਪਈਆਂ ਚੀਜ਼ਾਂ ਚੂਨੇ ਵਾਲੀਆਂ ਉਵੇਂ ਪਈਆਂ ਜੀ,
ਉਹ ਸਾਡੇ ਅਣਗਹਿਲੀ ਨਾਲ ਤਾਂ ਖੁਰ ਸਕਦੀਆਂ ਲੇਕਿਨ ਖੁਰੀਆਂ ਨਹੀਂ। ਇੱਕ ਚੂਨੇ 'ਚ ਹੋਰ ਗੁਣ ਹੈ ਜੀ, ਇਹ ਵਾਤਾਵਰਣ ਦੇ ਅਨੁਕੂਲ ਹੁੰਦਾ ਹੈ। ਹੁਣ ਸਾਡੇ ਘਰ ਹੈ ਜੀ, ਸੂਰਜ ਨਾਲ ਤਪ ਜਾਂਦੇ ਆ, ਅੰਦਰ ਕਮਰੇ 'ਚ ਬਿਨਾਂ ਪੱਖੇ ਤੋਂ ਪੈ ਕੇ ਦੇਖੋ, ਬਿਲਕੁਲ ਸੰਭਵ ਹੀ ਨਹੀਂ। ਸੰਭਵ ਹੀ ਜੀ। ਨਹੀਂ। ਪਰ ਲੇਕਿਨ ਜਿਹੜਾ ਚੂਨੇ ਵਾਲੀ, ਮਤਲਬ ਇੱਥੇ ਬੁਰਜ ਚਲੇ ਜਾਓ, ਜੀ। ਜਿਹੜੀ ਚੂਨੇ ਵਾਲੀ, ਚੂਨੇ ਗੱਜ ਕਹਿੰਦੇ ਹੁੰਦੇ ਨੇ, ਜਿਹੜੀ ਚੂਨੇ ਗੱਜ ਇਮਾਰਤ ਹੈ ਜੀ, ਉਹ ਵਾਤਾਵਰਣ ਦੇ ਅਨੁਕੂਲ ਹੈ। ਗਰਮੀਆਂ 'ਚ ਠੰਡੀ ਰਹੂ ਤੇ ਸਰਦੀਆਂ 'ਚ ਗਰਮ ਰਹੂ। ਇਹ ਵੀ ਚੂਨੇ ਦਾ ਗੁਣ ਹੈ। ਇਹ ਬਹੁਤ ਵੱਡਾ ਗੁਣ ਆ। ਦਰਸ਼ਕੋ, ਇੱਥੇ ਮੈਨੂੰ ਇਉਂ ਲੱਗਦਾ ਵੀ ਨਾ ਅਸੀਂ ਗੁਣਾਂ ਦੀ ਗੁਥਲੀ ਕੋਲੇ ਬੈਠੇ ਆ ਤੇ ਗੱਲਾਂ ਜੇ ਕਰੀ ਪੁੱਛੀ ਜਾਈਏ, ਮੈਨੂੰ ਲੱਗਦਾ ਵੀ ਦਿਨ ਇੱਥੇ ਹੀ ਛਿਪ ਜਾਊਗਾ ਤੇ ਗੱਲਾਂ ਸਾਡੀਆਂ ਇਤਿਹਾਸ ਬਾਬਾ ਜੀ ਉਹਨਾਂ ਕੋਲੋਂ ਇਹਨਾਂ ਕੋਲ ਮੁੱਕਣਾ ਨਹੀਂ। ਪਰ ਆਪਾਂ ਅਗਲੀ ਵਾਰੀ ਫਿਰ ਕੋਈ ਨਵਾਂ ਕਨਸੈਪਟ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਤੇ ਤੁਹਾਡਾ ਧੰਨਵਾਦ, ਬਹੁਤ ਬਹੁਤ ਤੁਸੀਂ ਸਾਨੂੰ ਸਮਾਂ ਦਿੱਤਾ। ਤੇ ਬਾਈ ਸੰਦੀਪ ਜੀ ਹੁਣਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਕਹ ਲਓ ਕਿ ਸਾਡਾ ਅਹਿਮ ਸ਼ਖਸੀਅਤ ਨੂੰ ਸਾਡੇ ਰੂਬਰੂ ਕੀਤਾ। ਬਹੁਤ ਬਹੁਤ ਧੰਨਵਾਦ ਬੇਟਾ, ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਫਿਰ ਦੁਬਾਰੇ ਕਹਿੰਦਾ ਵੀ ਮੇਰੇ ਨਗਰ ਦੀਆਂ ਪੰਚਾਇਤਾਂ ਵੱਲੋਂ, ਸਾਰੇ ਕਲੱਬਾਂ ਵੱਲੋਂ ਜੀ। ਔਰ ਸਾਡੇ ਬੱਚਿਆਂ ਵੱਲੋਂ, ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਕੀਤਾ। ਤੁਹਾਡਾ ਧੰਨਵਾਦ। ਸ਼ੁਕਰੀਆ ਜੀ, ਮਿਹਰਬਾਨੀ।